ਭਾਰਤ ਦੇ ਇਤਿਹਾਸ ਵਿੱਚ 3 ਜੂਨ 2020 ਦਾ ਦਿਨ ਜਦੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 3 ਖੇਤੀ ਆਰਡੀਨੈਂਸ ਲੈ ਕੇ ਆਂਦੇ ਤੇ ਉਸ ਤੋਂ ਬਾਅਦ ਲੋਕ ਸਭਾ ਦਾ ਇਜਲਾਸ ਸੱਦਿਆ ਗਿਆ। ਉਹ ਆਰਡੀਨੈਂਸ ਬਿੱਲ ਬਣੇ। ਲੋਕ ਸਭਾ ਦੇ ਵਿੱਚ ਐਨਡੀਏ ਕੋਲ ਭਾਰੀ ਬਹੁਮਤ ਹੋਣ ਕਰਕੇ ਉਹ ਲੋਕ ਸਭਾ ਦੇ ਵਿੱਚ ਆਸਾਨੀ ਨਾਲ ਪਾਸ ਹੋਏ। ਫਿਰ ਰਾਜ ਸਭਾ 'ਚ ਪਹੁੰਚੇ। ਰਾਜ ਸਭਾ ਦੇ ਵਿੱਚ ਐਨਡੀਏ ਕੋਲ, ਜਿਹਦੇ ਵਿੱਚ ਬੀਜੇਪੀ ਲੀਡ ਕਰਦੀ ਹੈ, ਬਹੁਮਤ ਨਾ ਹੋਣ ਦੇ ਬਾਵਜੂਦ ਉਹ ਬਿੱਲ ਪਾਸ ਹੋ ਗਏ। ਵਿਰੋਧੀ ਧਿਰ ਵੱਲੋਂ ਹੰਗਾਮਾ ਹੋਇਆ, ਮਾਈਕ ਖਿੱਚੇ ਗਏ, ਪ੍ਰਦਰਸ਼ਨ ਕੀਤਾ ਗਿਆ, ਦਸਤਾਵੇਜ਼ ਪਾੜੇ ਗਏ। ਸੱਤਾ ਧਿਰ ਪਾਰਟੀ ਵੱਲੋਂ ਕਿਹਾ ਗਿਆ ਕਿ ਇਹ ਲੋਕਤੰਤਰ ਦਾ ਘਾਣ ਕੀਤਾ ਗਿਆ, ਸੰਸਦ ਦੀ ਗਰਮੀਆਂ ਦਾ ਮਜ਼ਾਕ ਉਡਾਇਆ ਗਿਆ। ਪਰ ਜਿਹੜਾ ਨੰਗਾ ਨਾਚ ਡੈਮੋਕ੍ਰੇਸੀ ਦਾ, ਲੋਕਤੰਤਰ ਦਾ ਸੱਤਾਧਾਰੀ ਪਾਰਟੀ ਨਚਾ ਰਹੀ ਹੈ, ਉਸ ਦਾ ਕੋਈ ਸਾਨੀ ਨਹੀਂ। ਇਸ ਸਾਰੇ ਕਾਸੇ ਦੇ ਦਰਮਿਆਨ ਪੰਜਾਬ ਦੇ ਤੇ ਹਰਿਆਣਾ ਦੇ ਤੇ ਇਸ ਤੋਂ ਇਲਾਵਾ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਕਿਸਾਨ ਹੋਰਨਾਂ ਵਰਗਾਂ ਦੇ ਆਪਣੇ ਸਾਥੀਆਂ ਦੇ ਨਾਲ ਸੜਕਾਂ ਤੇ ਉਤਰੇ, ਧਰਨੇ ਲੱਗੇ, ਰੋਸ ਪ੍ਰਦਰਸ਼ਨ ਹੋਏ, ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਦਰਮਿਆਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਵੀ ਆਇਆ। ਕਿਸਾਨ ਜਥੇਬੰਦੀਆਂ ਵੱਲੋਂ ਬਾਦਲ ਤੇ ਪਟਿਆਲੇ ਵਿਖੇ ਧਰਨੇ ਲਾਏ ਗਏ। ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਰੇਲ ਰੋਕੋ ਦਾ ਸੱਦਾ ਦਿੱਤਾ ਗਿਆ। ਤਾਂ ਉਸ ਸਾਰੇ ਕਾਸੇ ਦੇ ਦਰਮਿਆਨ ਜਦੋਂ ਇਹ ਲੱਗ ਰਿਹਾ ਸੀ ਕਿ ਲੋਕਤੰਤਰ ਬਹੁਤ ਖਤਰੇ ਦੇ ਵਿੱਚ ਹੈ ਤੇ ਬਹੁਤ ਧੱਕੇ ਨਾਲ, ਬਹੁਤ ਕਾਹਲੀ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਬਿੱਲ ਪਾਸ ਕੀਤੇ ਜਾ ਰਹੇ ਆ, ਤਾਂ ਉਸ ਦੇ ਵਿੱਚ ਵਿਚਾਲੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ 8-10 ਸਰਪੰਚਾਂ ਨੂੰ ਨਾਲ ਲੈ ਕੇ ਮੀਡੀਆ ਦੇ ਸਾਹਮਣੇ ਆਉਂਦੇ ਆ ਤੇ ਇੱਕ ਨਵੇਂ ਨੁਕਤੇ ਦੀ ਗੱਲ ਕਰਦੇ ਆ, ਜਿਹਦੇ ਰਾਹੀਂ ਇਹਨਾਂ ਖੇਤੀ ਬਿੱਲਾਂ ਨੂੰ ਰੱਦ ਕਰਾਇਆ ਜਾ ਸਕਦਾ। ਹੁਣ ਉਹ ਨਵਾਂ ਨੁਕਤਾ ਕੀ ਹੈ? ਉਹ ਨਵਾਂ ਨੁਕਤਾ ਹੈ ਗ੍ਰਾਮ ਸਭਾ। ਹਾਲਾਂਕਿ ਇਹ ਨਵਾਂ ਨੁਕਤਾ 26 ਸਾਲ ਪੁਰਾਣਾ ਹੈ। 26 ਸਾਲ ਪੁਰਾਣਾ ਕਿਉਂ? ਕਿਉਂਕਿ 1994 ਦੇ ਵਿੱਚ ਪੰਜਾਬ ਪੰਚਾਇਤੀ ਰਾਜ ਐਕਟ ਬਣਦਾ ਹੈ। ਇਸ ਐਕਟ ਦੇ ਵਿੱਚ ਗ੍ਰਾਮ ਸਭਾ ਨੂੰ ਇੰਟਰੋਡਿਊਸ ਕਰਾਇਆ ਜਾਂਦਾ ਹੈ, ਜਿਹਦੇ ਦੂਸਰੇ ਚੈਪਟਰ ਦੇ ਵਿੱਚ ਗ੍ਰਾਮ ਸਭਾ ਤੇ ਗ੍ਰਾਮ ਪੰਚਾਇਤ ਨੂੰ ਡਿਸਕਸ ਕੀਤਾ ਗਿਆ ਕਿ ਹੁਣ ਤੋਂ ਲੋਕਤੰਤਰੀ ਸਿਸਟਮ 3 ਟੀਅਰ ਹੋਊਗਾ, 3 ਪਰਤਾਂ ਵਾਲਾ ਹੋਊਗਾ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਪਰਤ ਉਹਦੀ ਸੰਸਦ ਹੈ, ਦੂਸਰੀ ਪਰਤ ਸੂਬਿਆਂ ਦੀਆਂ ਵਿਧਾਨ ਸਭਾਵਾਂ ਨੇ, ਜਿਹੜੀ ਤੀਸਰੀ ਪਰਤ ਹੈ ਉਹ ਹੈ ਗ੍ਰਾਮ ਸਭਾ ਤੇ ਗ੍ਰਾਮ ਪੰਚਾਇਤ। ਜਿਹੜੇ ਮਸਲੇ ਪੂਰੇ ਮੁਲਕ ਦੇ ਨਾਲ ਜੁੜੇ ਹੋਏ ਨੇ, ਉਹਨਾਂ ਸੰਬੰਧੀ ਜਿਹੜੇ ਕਾਨੂੰਨ ਤੇ ਨੀਤੀਆਂ ਬਣਨਗੇ, ਉਹ ਬਣਨਗੇ ਸੰਸਦ ਦੇ ਵਿੱਚ। ਜਿਹੜੇ ਮਸਲੇ, ਜਿਹੜੇ ਮੁੱਦੇ ਕਿਸੇ ਸੂਬੇ ਤੱਕ ਸੀਮਿਤ ਨੇ, ਸੂਬੇ ਨਾਲ ਉਹਨਾਂ ਦਾ ਸੰਬੰਧ ਹੈ, ਉਹਦੇ ਨਾਲ ਜੁੜੀਆਂ ਹੋਈਆਂ ਨੀਤੀਆਂ ਤੇ ਕਾਨੂੰਨ ਬਣਨਗੇ ਵਿਧਾਨ ਸਭਾਵਾਂ ਦੇ ਵਿੱਚ। ਤੇ ਜਿਹੜੇ ਪਿੰਡ ਦੇ ਨਾਲ ਜੁੜੇ ਹੋਏ ਮੁੱਦੇ, ਮਸਲੇ, ਲੋੜਾਂ, ਜ਼ਰੂਰਤਾਂ ਨੇ, ਉਹਨਾਂ ਨੂੰ ਲੈ ਕੇ ਜਿਹੜਾ ਕੋਈ ਪਲਾਨ ਬਣਾਇਆ ਜਾਊਗਾ, ਕੋਈ ਨੀਤੀ ਬਣਾਈ ਜਾਊਗੀ, ਉਹ ਗ੍ਰਾਮ ਸਭਾ ਦੇ ਵਿੱਚ ਬਣੂਗੀ। ਬਹੁ ਗਿਣਤੀ ਪੰਜਾਬੀਆਂ, ਬਹੁ ਗਿਣਤੀ ਪੰਚਾਇਤਾਂ ਤੇ ਸਰਪੰਚਾਂ ਲਈ ਇਹ ਨਵੀਂ ਗੱਲ ਹੋਊਗੀ, ਪਰ ਬਹੁਤ ਲੰਬੇ ਸਮੇਂ ਤੋਂ ਬਹੁਤ ਬੁੱਧੀਜੀਵੀ ਤੇ ਪਿੰਡ ਬਚਾਓ, ਪੰਜਾਬ ਬਚਾਓ ਵਰਗੀਆਂ ਸੰਸਥਾਵਾਂ ਗ੍ਰਾਮ ਸਭਾਵਾਂ ਨੂੰ ਐਕਟਿਵ ਕਰਾਉਣ ਦੇ ਵਿੱਚ ਲਗਾਤਾਰ ਲੱਗੀਆਂ ਹੋਈਆਂ ਨੇ। ਤਾਂ ਜਦੋਂ ਇਸ ਨਵੇਂ ਨੁਕਤੇ ਬਾਰੇ ਚਰਚਾ ਛਿੜੀ ਸੋਸ਼ਲ ਮੀਡੀਆ ਤੇ, ਇਹਦੇ ਬਾਰੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਣੇ ਸ਼ੁਰੂ ਹੋਏ, ਉਹਨਾਂ ਦੇ ਆਪਣੇ ਤਰ੍ਹਾਂ ਦੇ ਜਵਾਬ ਦਿੱਤੇ ਜਾਣੇ ਸ਼ੁਰੂ ਹੋਏ, ਤਾਂ ਇੱਕ ਚਰਚਾ ਚੱਲੀ ਕਿ ਗ੍ਰਾਮ ਸਭਾ ਇੱਕ ਤਰੀਕਾ ਹੈ ਜਿਹਦੇ ਰਾਹੀਂ ਅਸੀਂ ਇਕੱਠੇ ਹੋ ਕੇ ਇਹਨਾਂ ਬਿੱਲਾਂ ਨੂੰ ਰੱਦ ਕਰਾ ਸਕਦੇ ਹਾਂ। ਪਰ ਉਹਦੇ ਬਾਰੇ ਕਲੈਰਿਟੀ ਕਿਤੋਂ ਨਹੀਂ ਮਿਲ ਰਹੀ ਸੀ ਕਿ ਇਹ ਗ੍ਰਾਮ ਸਭਾ ਕੀ ਹੁੰਦੀ ਹੈ, ਕੀ ਇਹ ਗ੍ਰਾਮ ਪੰਚਾਇਤ ਨਾਲ ਕੋਈ ਵੱਖਰੀ ਚੀਜ਼ ਹੁੰਦੀ ਹੈ, ਇਹਦਾ ਮੈਂਬਰ ਕੌਣ ਹੁੰਦਾ ਹੈ, ਇਹਨੂੰ ਕਿਵੇਂ ਬਣਾਇਆ ਜਾ ਸਕਦਾ ਹੈ, ਇਹਨੂੰ ਕੋਆਰਡੀਨੇਟ ਕੌਣ ਕਰਦਾ ਹੈ, ਇਹਨੂੰ ਚਲਾਉਂਦਾ ਕੌਣ ਹੈ, ਇਹਦੇ ਕੰਮ ਕੀ ਹੈ। ਤਾਂ ਉਸ ਦੇ ਵਿੱਚੋਂ ਮੈਨੂੰ ਇਹ ਲੋੜ ਮਹਿਸੂਸ ਹੋਈ ਕਿ ਆਪਾਂ ਗ੍ਰਾਮ ਸਭਾ ਨੂੰ ਡਿਸਕਸ ਕਰੀਏ। ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਗ੍ਰਾਮ ਸਭਾ ਨੂੰ, ਜਿਹੜੀ ਕਿ ਬੁਨਿਆਦ ਦੇ ਵਿੱਚ ਜ਼ਮੀਨ ਦੇ ਉੱਤੇ ਲੋਕਾਂ ਦੇ ਵਿੱਚ ਕੰਮ ਕਰਨ ਵਾਲੀ ਸੰਵਿਧਾਨਿਕ ਸੰਸਥਾ ਹੈ। ਕੋਈ ਵੀ ਪਿੰਡ ਜਿਹਦੀ ਆਬਾਦੀ 300 ਜਾਂ ਇਸ ਤੋਂ ਜ਼ਿਆਦਾ ਹੈ, ਉਹ ਆਟੋਮੈਟਿਕਲੀ ਗ੍ਰਾਮ ਸਭਾ ਹੈ। ਤੇ ਪਿੰਡ ਦੇ ਜਿੰਨੇ ਵੀ ਵੋਟਰ ਨੇ, ਜਿਹੜੇ ਵੋਟ ਪਾ ਸਕਣ ਦੇ ਕਾਬਿਲ ਹੋ ਚੁੱਕੇ ਨੇ, ਉਹ ਆਟੋਮੈਟਿਕਲੀ ਗ੍ਰਾਮ ਸਭਾ ਦੇ ਮੈਂਬਰ ਨੇ। ਇੱਥੇ ਗ੍ਰਾਮ ਪੰਚਾਇਤ ਨਾਲੋਂ ਇਹਦਾ ਫਰਕ ਸਾਨੂੰ ਸਮਝ ਆਉਂਦਾ ਹੈ ਕਿ ਗ੍ਰਾਮ ਪੰਚਾਇਤ ਪਿੰਡ ਦੇ ਵੱਲੋਂ, ਯਾਨੀ ਕਿ ਗ੍ਰਾਮ ਸਭਾ ਦੇ ਮੈਂਬਰਾਂ ਵੱਲੋਂ ਚੁਣੀ ਹੋਈ ਇੱਕ ਸੰਸਥਾ ਹੈ। ਚੁਣੇ ਹੋਏ ਉਹਦੇ ਵਿੱਚ ਅਸੀਂ ਨੁਮਾਇੰਦੇ ਭੇਜਦੇ ਹਾਂ, ਜਿਵੇਂ ਕਿ ਅਸੀਂ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਚੁਣ ਕੇ ਭੇਜਦੇ ਹਾਂ। ਗ੍ਰਾਮ ਸਭਾ ਦਾ ਕੰਮ ਕੀ ਹੈ? ਜਿਵੇਂ ਕਿ ਲੋਕ ਸਭਾ ਤੇ ਵਿਧਾਨ ਸਭਾ ਦਾ ਕੰਮ ਹੈ, ਠੀਕ ਉਸੇ ਤਰੀਕੇ ਦਾ ਗ੍ਰਾਮ ਸਭਾ ਦਾ ਕੰਮ ਹੈ। ਇਸੇ ਕਰਕੇ
ਗ੍ਰਾਮ ਸਭਾ ਨੂੰ ਪਿੰਡ ਦੀ ਪਾਰਲੀਮੈਂਟ ਵੀ ਕਿਹਾ ਜਾ ਸਕਦਾ ਹੈ। ਪਿੰਡ ਨਾਲ ਜੁੜਿਆ ਹੋਇਆ ਕਿਸੇ ਵੀ ਕਿਸਮ ਦਾ ਕੰਮ ਹੈ ਉਹ ਗ੍ਰਾਮ ਸਭਾ ਦੇ ਵਿੱਚ ਵਿਚਾਰਿਆ ਜਾਊਗਾ। ਪਿੰਡ ਦੇ ਵਿਕਾਸ ਦੇ ਲਈ ਕੋਈ ਵੀ ਕੰਮ ਕੀਤਾ ਜਾਣਾ ਹੈ ਉਹ ਗ੍ਰਾਮ ਸਭਾ ਦੇ ਵਿੱਚ ਡਿਸਕਸ ਕੀਤਾ ਜਾਊਗਾ। ਗ੍ਰਾਮ ਪੰਚਾਇਤ ਆਪਣੀਆਂ ਨੀਤੀਆਂ, ਆਪਣੇ ਪਲਾਨ, ਆਪਣਾ ਬਜਟ ਗ੍ਰਾਮ ਸਭਾ ਦੇ ਵਿੱਚ ਪੇਸ਼ ਕਰੂਗੀ ਤੇ ਗ੍ਰਾਮ ਸਭਾ ਦੀ ਮਨਜ਼ੂਰੀ ਨਾਲ ਹੀ ਉਹ ਬਜਟ ਪਾਸ ਮੰਨਿਆ ਜਾਊਗਾ। ਪਿੰਡ ਨਾਲ ਜਿੰਨੇ ਵੀ ਜੁੜੇ ਹੋਏ ਕੰਮ ਨੇ, ਭਾਵੇਂ ਕਿ ਉਹ ਸੰਸਥਾਵਾਂ ਨੇ ਜਿਵੇਂ ਸਕੂਲ ਹੈ, ਹਸਪਤਾਲ ਹੈ, ਡਿਸਪੈਂਸਰੀ ਹੈ, ਪੰਚਾਇਤੀ ਘਰ ਹੈ, ਆਂਗਣਵਾੜੀ ਸੈਂਟਰ ਹੈ, ਜਾਂ ਇਸ ਤਰੀਕੇ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੂੰ ਠੀਕ ਠਾਕ ਚੱਲਦੇ ਰੱਖਣਾ ਗ੍ਰਾਮ ਸਭਾ ਦੀ ਜ਼ਿੰਮੇਵਾਰੀ ਹੈ। ਇਸ ਤੋਂ ਬਿਨਾਂ ਜਿਹੜੇ ਮਨਰੇਗਾ ਦਾ ਕੰਮ ਹੈ ਉਹ ਵੀ ਗ੍ਰਾਮ ਸਭਾ ਦੁਆਰਾ ਦੇਖਿਆ ਜਾਣਾ ਹੈ ਕਿ ਜੇ ਨਵੇਂ ਮਨਰੇਗਾ ਕਾਰਡ ਬਣਾਉਣ ਦੀ ਲੋੜ ਹੈ ਉਹਨੇ ਬਣਾਉਣੇ ਆ, ਉਹਦੀਆਂ ਹਾਜ਼ਰੀਆਂ ਦਾ ਰਿਕਾਰਡ ਰੱਖਣਾ ਤੇ ਉਹਦੇ ਕੰਮ ਨੂੰ ਚੱਲਦਾ ਰੱਖਣਾ ਹੈ। ਗ੍ਰਾਮ ਸਭਾ ਦੇ ਰਾਹੀਂ ਮਨਰੇਗਾ ਦਾ ਕੰਮ ਹੋਣਾ ਹੈ। ਜੋ ਕੋਈ ਗ੍ਰਾਂਟ ਆਉਣੀ ਆ ਉਹ ਵੀ ਗ੍ਰਾਮ ਸਭਾ ਦੇ ਰਾਹੀਂ ਹੀ ਵੰਡੀ ਜਾਣੀ ਹੈ। ਇਸ ਤੋਂ ਬਿਨਾਂ ਸੂਬੇ ਦੀ ਜਾਂ ਸੈਂਟਰ ਦੀ ਸਰਕਾਰ ਕੋਈ ਵੀ ਸਕੀਮ ਬਣਾਉਂਦੀ ਹੈ ਉਹਦੇ ਜਿਹੜੇ ਸਹੀ ਲਾਭਪਾਤਰੀ ਹੋਣਗੇ, ਯਾਨੀ ਕਿ ਬੁਢਾਪਾ ਪੈਨਸ਼ਨ ਕਿਹਨੂੰ ਮਿਲਣੀ ਹੈ, ਵਿਧਵਾ ਪੈਨਸ਼ਨ ਕਿਹਨੂੰ ਮਿਲਣੀ ਹੈ, ਰਾਸ਼ਨ ਕਾਰਡ ਤੇ ਕਣਕ ਕਿਹਨੂੰ ਮਿਲਣੀ ਹੈ, ਇਹ ਤੋਂ ਬਿਨਾਂ ਜਿਹੜੀਆਂ ਬਾਕੀ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀ ਯੋਜਨਾ ਦੇ ਵਿੱਚ 2000 ਰੁਪਇਆ 3 ਮਹੀਨਿਆਂ ਦਾ ਕਿਸਾਨਾਂ ਦੇ ਖਾਤਿਆਂ 'ਚ ਆਉਣਾ, ਤੇ ਉਹ ਕਿਹਦੇ ਖਾਤਿਆਂ 'ਚ ਆਉਣਾ ਉਹਨਾਂ ਨੂੰ ਪਛਾਣਨਾ, ਉਹਨਾਂ ਦੀ ਸ਼ਨਾਖਤ ਕਰਨੀ ਗ੍ਰਾਮ ਸਭਾ ਦਾ ਕੰਮ ਹੈ, ਕਿਉਂਕਿ ਪਿੰਡ ਦੇ ਲੋਕ ਜਾਣਦੇ ਨੇ ਕਿ ਸੱਚੀ ਮੁੱਚੀ ਲੋੜਵੰਦ ਕੌਣ ਹੈ। ਇਸ ਤੋਂ ਬਿਨਾਂ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਗ੍ਰਾਮ ਸਭਾ ਦਾ ਕੰਮ ਹੈ। ਹੁਣ ਗ੍ਰਾਮ ਸਭਾ ਕੰਮ ਕਿਵੇਂ ਕਰਦੀ ਹੈ? ਕਿਉਂਕਿ ਗ੍ਰਾਮ ਸਭਾ ਦੇ ਜਿਹੜੇ ਮੈਂਬਰ ਨੇ ਉਹ ਪਿੰਡ ਦੇ ਨੇ, ਪਿੰਡ ਦੇ ਸਾਰੇ ਮੈਂਬਰ ਗ੍ਰਾਮ ਸਭਾ ਦੇ ਆਟੋਮੈਟਿਕਲੀ ਮੈਂਬਰ ਨੇ। ਤਾਂ ਜਿਵੇਂ ਇਜਲਾਸ ਹੁੰਦੇ ਨੇ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ, ਉਵੇਂ ਗ੍ਰਾਮ ਸਭਾ ਦਾ ਵੀ ਇਜਲਾਸ ਹੁੰਦਾ ਹੈ। ਇੱਕ ਇਜਲਾਸ ਹੁੰਦਾ ਜੂਨ ਮਹੀਨੇ 'ਚ, ਇੱਕ ਇਜਲਾਸ ਹੁੰਦਾ ਦਸੰਬਰ ਮਹੀਨੇ 'ਚ। ਜੂਨ ਮਹੀਨੇ ਵਾਲੇ ਇਜਲਾਸ ਨੂੰ ਹਾੜੀ ਮੀਟਿੰਗ ਕਿਹਾ ਜਾਂਦਾ ਹੈ ਤੇ ਦਸੰਬਰ ਮਹੀਨੇ ਵਾਲੇ ਇਜਲਾਸ ਨੂੰ ਸੌਣੀ ਮੀਟਿੰਗ ਕਿਹਾ ਜਾਂਦਾ ਹੈ, ਕਿਉਂਕਿ ਅਸੀਂ ਜੂਨ ਮਹੀਨੇ ਤੱਕ ਹਾੜੀ ਦਾ ਕੰਮ ਨਿਬੇੜ ਚੁੱਕੇ ਹੁੰਨੇ ਆ ਤੇ ਦਸੰਬਰ ਤੱਕ ਸੌਣੀ ਦਾ ਕੰਮ ਨਿਬੇੜ ਚੁੱਕੇ ਹੁੰਨੇ ਆ। ਹੁਣ ਇਹ ਇਜਲਾਸ ਬੁਲਾਉਂਦਾ ਕੌਣ ਹੈ? ਗ੍ਰਾਮ ਸਭਾ ਦਾ ਇਜਲਾਸ ਬੁਲਾਉਣ ਦੀ ਜ਼ਿੰਮੇਵਾਰੀ ਹੈ ਪਿੰਡ ਦੇ ਸਰਪੰਚ ਦੀ। ਗ੍ਰਾਮ ਸਭਾ ਦਾ ਇਜਲਾਸ ਸਰਪੰਚ ਦੀ ਪ੍ਰਧਾਨਗੀ ਹੇਠ ਹੁੰਦਾ ਹੈ। ਗ੍ਰਾਮ ਸਭਾ ਦਾ ਜਿਹੜਾ ਸਭਾਪਤੀ ਉਹ ਸਰਪੰਚ ਹੁੰਦਾ ਹੈ। ਪਰ ਜੇ ਸਰਪੰਚ ਨਾ ਹੋਵੇ, ਉਹਦੀ ਗੈਰ ਮੌਜੂਦਗੀ ਦੇ ਵਿੱਚ ਕਿਸੇ ਵੀ ਪੰਚ ਨੂੰ ਗ੍ਰਾਮ ਸਭਾ ਆਪਣਾ ਸਭਾਪਤੀ ਚੁਣ ਸਕਦੀ ਹੈ। ਤੇ ਇਹ ਜ਼ਰੂਰੀ ਨਹੀਂ ਹੈ ਕਿ ਸਰਪੰਚ ਜਾਂ ਪੰਚਾਇਤ ਦਾ ਹੋਣਾ ਗ੍ਰਾਮ ਸਭਾ ਦੇ ਲਈ। ਗ੍ਰਾਮ ਸਭਾ ਇੱਕ ਪਰਮਾਨੈਂਟ ਸੰਸਥਾ ਹੈ। ਚੋਣ ਜ਼ਾਬਤੇ ਵੇਲੇ ਪੰਚਾਇਤ ਬਰਖਾਸਤ ਹੋ ਜਾਂਦੀ ਹੈ ਜਾਂ ਵਿਧਾਨ ਸਭਾ ਤੱਕ ਬਰਖਾਸਤ ਹੋ ਜਾਂਦੀ ਹੈ, ਕੋਈ ਮੰਤਰੀ ਨਹੀਂ ਰਹਿੰਦਾ, ਕੋਈ ਐਮਐਲਏ ਨਹੀਂ ਰਹਿੰਦਾ। ਪਰ ਗ੍ਰਾਮ ਸਭਾ ਉਹਨਾਂ ਵੇਲਿਆਂ ਦੇ ਵਿੱਚ ਵੀ ਐਕਟਿਵ ਹੋ ਸਕਦੀ ਹੈ, ਉਹਨਾਂ ਵੇਲਿਆਂ ਦੇ ਵਿੱਚ ਵੀ ਆਪਣੇ ਕੰਮਕਾਰ ਕਰ ਸਕਦੀ ਹੈ, ਕਿਉਂਕਿ ਇਹ ਪਰਮਾਨੈਂਟ ਸੰਸਥਾ ਹੈ। ਮੰਨ ਲਓ ਪੰਚਾਇਤੀ ਚੋਣਾਂ ਹੋਈਆਂ ਜੂਨ ਮਹੀਨੇ ਤੋਂ ਪਹਿਲਾਂ, ਤਾਂ ਜੂਨ ਮਹੀਨੇ ਦਾ ਤੇ ਦਸੰਬਰ ਮਹੀਨੇ ਦਾ ਇਜਲਾਸ ਜੇਕਰ ਸਰਪੰਚ ਨਹੀਂ ਬੁਲਾਉਂਦਾ ਤਾਂ ਦਸੰਬਰ ਮਹੀਨੇ ਦੀ ਅਖੀਰਲੀ ਤਰੀਕ 31 ਦਸੰਬਰ ਨੂੰ ਆਪਣੇ ਆਪ ਸਰਪੰਚ ਸਸਪੈਂਡਡ ਮੰਨਿਆ ਜਾਊਗਾ। ਜਾਂ ਮੰਨ ਲਓ ਸਰਪੰਚ ਬਣਿਆ ਜੂਨ ਮਹੀਨੇ ਤੋਂ ਬਾਅਦ, ਤਾਂ ਦਸੰਬਰ ਪਹਿਲਾ ਮਹੀਨਾ ਤੇ ਦੂਜਾ ਮਹੀਨਾ ਹੋ ਗਿਆ ਜੂਨ, ਤਾਂ ਜੂਨ ਦੀ ਅਖੀਰਲੀ ਤਰੀਕ 30 ਜੂਨ ਨੂੰ ਸਰਪੰਚ ਸਸਪੈਂਡਡ ਮੰਨਿਆ ਜਾਊਗਾ ਜੇ ਉਹ ਗ੍ਰਾਮ ਸਭਾ ਦੇ 2 ਲਗਾਤਾਰ ਇਜਲਾਸ ਨਹੀਂ ਬੁਲਾ ਪਾਉਂਦਾ। ਜਦੋਂ 2 ਇਜਲਾਸ ਲਗਾਤਾਰ ਨਾ ਹੋ ਸਕੇ ਤੇ ਉਸ ਮਹੀਨੇ ਦੀ ਅਖੀਰਲੀ ਤਰੀਕ ਨੂੰ ਸਰਪੰਚ ਸਸਪੈਂਡਡ ਮੰਨਿਆ ਜਾਊਗਾ, ਤਾਂ ਇਸ ਦੀ ਜਾਣਕਾਰੀ ਬਲਾਕ ਦਾ ਵਿਕਾਸ ਤੇ ਪੰਚਾਇਤ ਅਫਸਰ BDPO, ਜ਼ਿਲ੍ਹੇ ਦੇ ਵਿਕਾਸ ਤੇ ਪੰਚਾਇਤ ਅਫਸਰ DDPO ਨੂੰ ਇਸ ਗੱਲ ਦੀ ਜਾਣਕਾਰੀ ਦੇਊਗਾ ਤੇ DDPO ਰਾਹੀਂ ਇਹ ਜਾਣਕਾਰੀ ਸਰਪੰਚ ਕੋਲ, ਗ੍ਰਾਮ ਸਭਾ ਕੋਲ ਤੇ ਪੰਚਾਇਤ ਸਮਿਤੀ ਕੋਲ ਭੇਜੀ ਜਾਊਗੀ ਕਿ ਇਸ ਪਿੰਡ ਦਾ ਸਰਪੰਚ ਸਸਪੈਂਡ ਹੋ ਗਿਆ। ਜੇ ਮੰਨ ਲਓ ਸਰਪੰਚ ਕਿਸੇ ਵਾਜਿਬ ਕਾਰਨ ਕਰਕੇ ਉਹ ਇਜਲਾਸ ਨਹੀਂ ਸੱਦ ਸਕਿਆ, ਤਾਂ ਉਹ 1 ਮਹੀਨੇ ਦੇ ਅੰਦਰ ਡਾਇਰੈਕਟਰ ਕੋਲ ਜਾ ਕੇ ਬੇਨਤੀ ਕਰ ਸਕਦਾ ਹੈ ਕਿ ਇਸ ਕਾਰਨ ਕਰਕੇ, ਉਹ ਦੱਸ ਸਕਦਾ ਹੈ ਕਿ ਇਸ ਕਾਰਨ ਕਰਕੇ ਮੈਂ ਇਜਲਾਸ ਨਹੀਂ ਸੱਦ ਸਕਿਆ, ਤਾਂ ਉਹਦੀ ਸਰਪੰਚੀ ਮੁੜ ਬਹਾਲ ਕੀਤੀ ਜਾ ਸਕਦੀ ਹੈ। ਤਾਂ ਜੇ ਸਰਪੰਚ ਕੋਲ ਉਸ ਤਰੀਕੇ ਦੀ ਤਾਕਤ ਨਹੀਂ ਰਹੀ ਤਾਂ ਉਹ ਕਿਹਦੇ ਕੋਲ ਜਾਊਗੀ? ਉਹ ਜਾਊਗੀ ਗ੍ਰਾਮ ਸਭਾ ਕੋਲ। ਜਾਊਗੀ ਨਹੀਂ, ਉਹ ਹੁੰਦੀ ਹੀ ਗ੍ਰਾਮ ਸਭਾ ਦੇ ਕੋਲ ਹੈ। ਗ੍ਰਾਮ ਪੰਚਾਇਤ ਦੀ ਜੋ ਵੀ ਤਾਕਤ ਹੈ ਉਹ ਗ੍ਰਾਮ ਸਭਾ ਦੇ ਵਿੱਚੋਂ ਆਉਂਦੀ ਹੈ। ਹੁਣ ਜਿਹੜਾ ਸਿਸਟਮ ਹੈ ਕਿ ਅਸੀਂ ਅਫਸਰਾਂ ਦੇ, ਅਸੀਂ MLA ਦੇ, ਹਲਕਾ ਇੰਚਾਰਜਾਂ ਦੇ ਹਾੜੇ ਕੱਢੀਏ, ਉਹਨਾਂ ਦੀਆਂ ਮਿੰਨਤਾਂ ਕਰੀਏ, ਇਹਦੀ ਬਜਾਏ ਲੋਕਾਂ ਦੇ ਵਿੱਚੋਂ ਜੇ ਪੰਚਾਇਤ ਪਾਵਰ ਲੈਂਦੀ ਹੈ ਤਾਂ ਉਹਨੂੰ ਕਿਸੇ MLA, ਕਿਸੇ ਹਲਕਾ ਇੰਚਾਰਜ ਤੇ ਕਿਸੇ ਅਫਸਰ ਦੇ ਸਾਹਮਣੇ ਹਾੜੇ ਕੱਢਣ ਦੀ ਲੋੜ। ਇੱਥੇ ਸਵਾਲ ਉੱਠਦਾ ਕਿ ਜੀ ਸਾਡੇ ਪਿੰਡਾਂ 'ਚ ਤਾਂ ਗ੍ਰਾਮ ਸਭਾ ਦਾ ਇਜਲਾਸ ਵੀ ਨਹੀਂ ਹੋਇਆ ਤੇ ਸਰਪੰਚ ਵੀ ਸਸਪੈਂਡ ਨਹੀਂ ਹੋਏ, ਤਾਂ ਗੜਬੜੀ ਕੀ ਹੋਈ? ਤਾਂ ਗ੍ਰਾਮ ਸਭਾ ਦਾ ਇਜਲਾਸ ਹੋ ਰਿਹਾ ਹੈ, ਇਸੇ ਕਰਕੇ ਸਰਪੰਚ ਬਰਖਾਸਤ ਨਹੀਂ ਹੋ ਰਹੇ।
ਪਰ ਉਹ ਗ੍ਰਾਮ ਸਭਾ ਦਾ ਇਜਲਾਸ ਕਾਗਜ਼ਾਂ ਦੇ ਵਿੱਚ ਹੋ ਰਿਹਾ ਹੈ, ਧਰਤੀ ਦੇ ਉੱਤੇ ਨਹੀਂ ਹੋ ਰਿਹਾ। ਤਾਂ ਜਿਹੜਾ ਹਕੀਕਤ ਦੇ ਵਿੱਚ ਇਜਲਾਸ ਹੋਣਾ ਹੈ ਉਹ ਇਹਨਾਂ 2 ਮਹੀਨਿਆਂ ਦੇ ਵਿੱਚ ਹੋਊਗਾ। ਇਹਨਾਂ 2 ਮਹੀਨਿਆਂ ਦੇ ਵਿੱਚ ਕੀ ਕੀਤਾ ਜਾਊਗਾ? ਜਿਹੜਾ ਤਾਂ ਹੈ ਸੌਣੀ ਇਜਲਾਸ ਦਸੰਬਰ ਮਹੀਨੇ ਵਾਲਾ, ਉਹਦੇ ਵਿੱਚ ਜਿਹੜਾ ਆਉਣ ਵਾਲਾ ਵਿੱਤੀ ਵਰ੍ਹਾ ਹੈ ਜਿਹੜਾ 1 ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ, ਉਹਦਾ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਜਾਊਗਾ। ਆਉਣ ਵਾਲੇ ਵਿੱਤੀ ਵਰ੍ਹੇ ਦੇ ਵਿੱਚ ਕੀ ਕੀ ਕੰਮ ਪੰਚਾਇਤ ਦੁਆਰਾ ਕੀਤੇ ਜਾਣੇ ਆ ਉਹਦੇ ਬਾਰੇ ਡਿਸਕਸ ਕੀਤਾ ਜਾਊਗਾ। ਪੰਚਾਇਤ ਦੀ ਆਮਦਨ ਖਰਚ ਬਾਰੇ ਡਿਸਕਸ ਕੀਤਾ ਜਾਊਗਾ। ਇਹ ਤੋਂ ਬਿਨਾਂ ਜਿਹੜਾ ਦੂਸਰਾ ਇਜਲਾਸ ਹੈ ਜੂਨ ਮਹੀਨੇ ਵਾਲਾ ਹਾੜੀ ਇਜਲਾਸ, ਉਹਦੇ ਵਿੱਚ ਜਿਹੜਾ ਪਿਛਲਾ ਵਿੱਤੀ ਵਰ੍ਹਾ 31 ਮਾਰਚ ਨੂੰ ਖਤਮ ਹੋਇਆ ਉਸ ਦਾ ਰਿਪੋਰਟ ਕਾਰਡ ਗ੍ਰਾਮ ਪੰਚਾਇਤ ਵੱਲੋਂ ਗ੍ਰਾਮ ਸਭਾ ਦੇ ਵਿੱਚ ਪੇਸ਼ ਕੀਤਾ ਜਾਊਗਾ ਕਿ ਪਿਛਲੇ ਵਿੱਤੀ ਵਰ੍ਹੇ ਦੇ ਲਈ ਆਹ ਸਾਡੀਆਂ ਸਕੀਮਾਂ ਸੀ, ਅਸੀਂ ਆਹ ਕੰਮ ਕੀਤੇ, ਇਹਦੇ ਤੇ ਇੰਨਾ ਖਰਚਾ ਆਇਆ, ਇੰਨੀ ਇਹਦੀ ਆਮਦਨ ਹੋਈ। ਇਹ ਸਾਰਾ ਕੰਮ ਗ੍ਰਾਮ ਸਭਾ ਦੇ ਵਿੱਚ ਡਿਸਕਸ ਹੋਣਾ ਹੁੰਦਾ। ਜੇ ਬਜਟ ਪੇਸ਼ ਕੀਤਾ ਜਾਣਾ ਤਾਂ ਉਹ ਪਾਸ ਗ੍ਰਾਮ ਸਭਾ ਕਰੂਗੀ। ਜੇ ਮੰਨ ਲਓ ਪੰਚਾਇਤ ਇਸ ਗੱਲੋਂ ਅਸਫਲ ਰਹਿੰਦੀ ਹੈ ਕਿ ਪਿੰਡ ਦਾ ਬਜਟ ਉਹ ਨਹੀਂ ਪੇਸ਼ ਕਰ ਸਕਦੀ, ਤਾਂ ਪੰਚਾਇਤ ਸਮਿਤੀ ਕਿ ਉਹ ਬਜਟ ਪੇਸ਼ ਕਰੂ, ਉਹਨੂੰ ਕਰਨਾ ਪਊਗਾ। ਹੁਣ ਇਹਨਾਂ ਮੀਟਿੰਗਾਂ ਦੇ ਵਿੱਚ ਕੋਰਮ ਕਿਵੇਂ ਹੁੰਦਾ ਹੈ ਕਿ ਘੱਟੋ ਘੱਟ ਗਿਣਤੀ ਕਿੰਨੀ ਚਾਹੀਦੀ ਇਹਨਾਂ ਮੀਟਿੰਗਾਂ ਦੇ ਲਈ? ਤਾਂ ਜਿਹੜੀਆਂ ਇਹ ਮੀਟਿੰਗਾਂ ਜੂਨ ਤੇ ਦਸੰਬਰ ਵਾਲੀਆਂ ਸੱਦੀਆਂ ਜਾਂਦੀਆਂ ਉਹਦੇ ਲਈ ਕੋਰਮ ਹੈ 20% ਵੋਟਰ, ਕਿ ਕੁੱਲ ਵੋਟ ਜਿੰਨੀ ਤੁਹਾਡੇ ਪਿੰਡ ਦੀ ਹੈ ਉਹਦਾ 5ਵਾਂ ਹਿੱਸਾ, ਉਹਦੇ 20% ਲੋਕ ਉਸ ਮੀਟਿੰਗ ਦੇ ਵਿੱਚ ਘੱਟੋ ਘੱਟ ਹਾਜ਼ਰ ਹੋਣੇ ਚਾਹੀਦੇ ਆ। ਇਹ ਉਹਦਾ ਕੋਰਮ ਹੈ। ਜੇ ਮੰਨ ਲਓ 20% ਵਾਲਾ ਕੋਰਮ ਪੂਰਾ ਨਹੀਂ ਹੁੰਦਾ ਤਾਂ ਉਸੇ ਮੀਟਿੰਗ ਦੇ ਵਿੱਚ ਕਿਸੇ ਅਗਲੀ ਮੀਟਿੰਗ ਦੀ ਤਰੀਕ ਪੱਕੀ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਸਿਰਫ 10% ਨਾਲ ਹੀ ਕੋਰਮ ਪੂਰਾ ਹੋ ਜਾਂਦਾ ਹੈ। ਮਤਲਬ 20% ਕੋਰਮ ਵਾਲੀ ਮੀਟਿੰਗ ਸਫਲ ਨਹੀਂ ਹੋਈ ਤਾਂ ਅਗਲੀ ਮੀਟਿੰਗ ਦੇ ਵਿੱਚ 10% ਵੋਟਰਾਂ ਦੀ ਹਾਜ਼ਰੀ ਨਾਲ ਹੀ ਕੋਰਮ ਪੂਰਾ ਹੋ ਜਾਊਗਾ। ਇਹ ਤਾਂ ਸੀਗੀਆਂ ਜਨਰਲ ਮੀਟਿੰਗ ਬਾਰੇ ਗੱਲਾਂ। ਹੁਣ ਮੰਨ ਲਓ ਕੋਈ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਕਿ ਸਾਨੂੰ ਇਮੀਡੀਏਟਲੀ ਮੀਟਿੰਗ ਸੱਦਣੀ ਪਵੇ ਗ੍ਰਾਮ ਸਭਾ ਦੀ, ਤਾਂ ਫੇਰ ਕੀ ਕੀਤਾ ਜਾਵੇ? ਤਾਂ ਸਰਪੰਚ ਕਦੋਂ ਵੀ ਵੈਸੇ ਤਾਂ ਗ੍ਰਾਮ ਸਭਾ ਦਾ ਇਜਲਾਸ ਸੱਦ ਸਕਦਾ ਹੈ, ਪਰ ਉਹਦੇ ਲਈ ਇਹ ਪ੍ਰੋਵੀਜ਼ਨ ਹੈ ਕਿ 20% ਵੋਟਰ ਲਿਖਤੀ ਰੂਪ ਦੇ ਵਿੱਚ ਇਹ ਮੰਗ ਕਰਨ ਸਰਪੰਚ ਤੋਂ ਕਿ ਗ੍ਰਾਮ ਸਭਾ ਦਾ ਇਜਲਾਸ ਸੱਦਿਆ ਜਾਵੇ, ਆਪਣੇ ਸਾਈਨ ਕਰਕੇ ਸਰਪੰਚ ਨੂੰ ਦੇਣ, ਤੇ ਜਦੋਂ ਜਿਹੜੇ ਦਿਨ ਨੂੰ ਸਰਪੰਚ ਨੂੰ ਉਹ ਮੰਗ ਮਿਲਦੀ ਹੈ, ਉਹ ਮੰਗ ਪੱਤਰ ਮਿਲਦਾ ਹੈ, ਉਹਦੇ 30 ਦਿਨਾਂ ਦੇ ਅੰਦਰ ਅੰਦਰ ਸਰਪੰਚ ਨੂੰ ਇਜਲਾਸ ਸੱਦਣਾ ਪੈਂਦਾ ਹੈ ਤੇ ਉਸ ਦੇ ਵਿੱਚ ਕੋਈ ਵੀ ਜਿਹੜਾ ਫੌਰੀ ਤੌਰ ਤੇ ਸਾਨੂੰ ਲੋੜ ਲੱਗਦੀ ਹੈ ਉਹ ਮਤਾ ਪਾਇਆ ਜਾ ਸਕਦਾ। 20% ਵੋਟਰਾਂ ਦੀ ਇਸ ਮੰਗ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਜੇ ਕੱਲ ਨੂੰ ਕਿਸੇ ਅੜਫਸ ਕਰਕੇ ਕਿਸੇ ਏੜ ਕੱਢਣ ਦੇ ਪੱਖੋਂ ਕੋਈ ਅਫਸਰ, ਕੋਈ ਐਮਐਲਏ ਜਾਂ ਹਲਕਾ ਇੰਚਾਰਜ ਕੋਈ ਵੀ ਜੇ ਮੰਨ ਲਓ ਸਰਪੰਚ ਨੂੰ ਤੰਗ ਕਰੇ ਕਿ ਤੈਨੂੰ ਕੀ ਕਾਹਲ ਸੀ ਗ੍ਰਾਮ ਸਭਾ ਦਾ ਇਜਲਾਸ ਸੱਦਣ ਦੀ, ਤਾਂ ਉਹ ਲਿਖਤੀ ਰੂਪ ਦੇ ਵਿੱਚ ਦੱਸ ਸਕਦਾ ਕਿ ਮੈਨੂੰ ਪਿੰਡ ਵੱਲੋਂ ਗ੍ਰਾਮ ਸਭਾ ਵੱਲੋਂ ਇਹ ਮੰਗ ਆਈ ਸੀ ਕਿ ਗ੍ਰਾਮ ਸਭਾ ਦਾ ਇਜਲਾਸ ਸੱਦਣਾ ਤੇ ਇਸ ਕਰਕੇ ਸੱਦਿਆ ਗਿਆ। ਇਹ ਪ੍ਰੋਟੈਕਸ਼ਨ ਦੇ ਲਈ ਵੀ ਜ਼ਰੂਰੀ ਹੈ ਕਿਉਂਕਿ ਸਰਪੰਚ ਤੇ ਪੰਚਾਇਤ ਪਿੰਡ ਦੀ ਨੁਮਾਇੰਦਗੀ ਕਰਦੇ ਨੇ, ਨਾ ਕਿ ਉਹ ਕਿਸੇ ਦੇ ਚਮਚੇ ਨੇ। ਹੁਣ ਮੰਨ ਲਓ ਜਿਵੇਂ ਹੁਣ ਸਾਨੂੰ ਲੋੜ ਹੈ ਕਿ ਗ੍ਰਾਮ ਸਭਾ ਦੇ ਇਜਲਾਸ ਅਸੀਂ ਬੁਲਾਈਏ ਤੇ ਉਹਦੇ ਵਿੱਚ ਕਿਸਾਨ ਵਿਰੋਧੀ ਜਿਹੜੇ ਬਿੱਲ ਨੇ ਤੇ ਇਹਦੇ ਨਾਲ ਹੀ ਬਿਜਲੀ ਸੋਧ ਬਿੱਲ ਹੈ ਤੇ ਮਜ਼ਦੂਰਾਂ ਨਾਲ ਜੁੜੇ ਹੋਏ ਲੇਬਰ ਕੋਡ ਬਿੱਲ ਨੇ, ਉਹ ਸਾਰੇ ਹੀ ਮਤਲਬ ਆਮ ਲੋਕਾਂ ਦੇ ਖਿਲਾਫ ਨੇ, ਤਾਂ ਉਹਦੇ ਖਿਲਾਫ ਅਸੀਂ ਮਤੇ ਪਾਈਏ ਗ੍ਰਾਮ ਸਭਾ ਦੇ, ਤਾਂ ਉਹਦੀ ਪ੍ਰਕਿਰਿਆ ਕੀ ਹੈ? ਉਹਦੀ ਪ੍ਰਕਿਰਿਆ ਇਹ ਹੈ ਕਿ ਪਿੰਡ ਦੇ 20% ਵੋਟਰ ਸਾਈਨ ਕਰਨ, ਅੰਗੂਠੇ ਲਾਉਣ ਤੇ ਸਰਪੰਚ ਤੋਂ ਲਿਖਤ ਦੇ ਵਿੱਚ ਇਹ ਮੰਗ ਕਰਨ ਕਿ ਗ੍ਰਾਮ ਸਭਾ ਦਾ ਇਜਲਾਸ ਸੱਦਿਆ ਜਾਵੇ। ਫਿਰ ਸਰਪੰਚ ਵੱਲੋਂ ਇਜਲਾਸ ਸੱਦਿਆ ਜਾਊਗਾ, ਉਹਦੇ ਵਿੱਚ 20% ਵੋਟਰਾਂ ਦਾ ਘੱਟੋ ਘੱਟ 20% ਵੋਟਰਾਂ ਦਾ ਹਾਜ਼ਰ ਹੋਣਾ ਜ਼ਰੂਰੀ ਹੈ ਕੋਰਮ ਪੂਰਾ ਕਰਨ ਦੇ ਲਈ। ਹੁਣ ਤਾਂ ਇਸ ਤਰੀਕੇ ਦੀ ਕੋਈ ਗੱਲ ਹੀ ਨਹੀਂ ਹੈ ਕਿ ਅਸੀਂ VOTING ਕਰਾਈਏ ਕਿ ਇਹ ਕਿਸਾਨਾਂ ਦੇ ਪੱਖੀ ਹੈ ਜਾਂ ਵਿਰੋਧੀ ਹੈ, ਇਹਦੇ ਹੱਕ 'ਚ ਕੌਣ ਹੈ, ਇਹਦੇ ਵਿਰੋਧ 'ਚ ਕੌਣ ਹੈ। ਪੂਰਾ ਪੰਜਾਬ ਇਹਦੇ ਵਿਰੋਧ ਦੇ ਵਿੱਚ ਆ, ਤਾਂ ਇਹ ਸਰਬਸੰਮਤੀ ਨਾਲ ਹੀ ਇਹ ਜਿਹੜਾ ਮਤਾ ਹੈ ਉਹ ਪਾਸ ਹੋ ਜਾਣਾ। ਤਾਂ ਪਹਿਲਾਂ ਲਿਖਤੀ ਰੂਪ ਦੇ ਵਿੱਚ 20% ਵੋਟਰ ਸਰਪੰਚ ਤੋਂ ਇਹ ਮੰਗ ਕਰਨਗੇ ਕਿ ਗ੍ਰਾਮ ਸਭਾ ਦਾ ਇਜਲਾਸ ਸੱਦਿਆ ਜਾਵੇ। ਫਿਰ ਗ੍ਰਾਮ ਸਭਾ ਦਾ ਇਜਲਾਸ ਸਰਪੰਚ ਵੱਲੋਂ ਸੱਦਿਆ ਜਾਊਗਾ, ਉੱਥੇ ਮਤਾ ਪੇਸ਼ ਕੀਤਾ ਜਾਊਗਾ ਤੇ ਉਹਦੇ ਉੱਤੇ ਘੱਟੋ ਘੱਟ 20% ਵੋਟਰਾਂ ਦੇ ਸਾਈਨ ਜ਼ਰੂਰੀ ਹੈ। ਇਸ ਤੋਂ ਬਾਅਦ ਉਸ ਮਤੇ ਨੂੰ ਸੰਬੰਧਿਤ ਅਧਿਕਾਰੀ ਕੋਲ ਭੇਜਿਆ ਜਾਣਾ ਹੁੰਦਾ ਤੇ ਜਿਹੜੇ ਮਤੇ ਨੇ ਇਹ SDM ਕੋਲ ਭੇਜੇ ਜਾ ਸਕਦੇ ਆ, ਪਿੰਡ ਬਚਾਓ ਪੰਜਾਬ ਬਚਾਓ ਸੰਸਥਾ ਕੋਲ ਭੇਜੇ ਜਾ ਸਕਦੇ ਆ, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਈਵਨ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਮੁੱਖ ਜੱਜਾਂ ਕੋਲ ਵੀ ਭੇਜੇ ਜਾ ਸਕਦੇ। ਜੇ ਮੰਨ ਲਓ ਕੋਈ ਸਰਕਾਰ ਇਸ ਤਰੀਕੇ ਦੀ ਨੀਤੀ ਜਾਂ ਕੋਈ ਫੈਸਲਾ ਸੁਣਾਉਂਦੀ ਹੈ ਜਿਹੜਾ ਕਿ ਪਿੰਡ ਦੇ ਲੋਕਾਂ ਨੂੰ ਲੱਗਦਾ ਕਿ ਸਾਡੇ ਵਿਰੋਧੀ ਆ, ਉਹ ਇਹਦੇ ਖਿਲਾਫ ਖੜ ਸਕਦੇ ਆ। ਉਦਾਹਰਣ ਆਪਾਂ ਲੈਂਦੇ ਹਾਂ ਹਸਤਾ ਕਲਾਂ ਪਿੰਡ ਦੀ, ਫਾਜ਼ਿਲਕਾ ਜ਼ਿਲ੍ਹੇ ਦਾ।
ਜਦੋਂ ਪਿਛਲੀਆਂ ਪੰਚਾਇਤੀ ਚੋਣਾਂ ਹੋਈਆਂ ਤਾਂ ਇਹ ਫੈਸਲਾ ਕੀਤਾ ਗਿਆ ਕਿ ਇਸ ਪਿੰਡ ਨੂੰ ਅਸੀਂ 2 ਹਿੱਸਿਆਂ ਦੇ ਵਿੱਚ ਕਰ ਦਿੰਨੇ ਆ ਤਾਂ ਕਿ 2 ਪੰਚਾਇਤਾਂ ਬਣ ਤੇ 2 ਸਰਪੰਚ ਬਣ ਤੇ ਸਾਡੀ ਜਿਹੜੀ ਤਾਕਤ ਹੈ ਹੋਰ ਵਧੂਗੀ। ਪਰ ਹਸਤਾ ਕਲਾਂ ਦੇ ਸੂਝਵਾਨ ਲੋਕਾਂ ਨੇ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ, ਇਸ ਦੇ ਖਿਲਾਫ ਮਤਾ ਪਾਇਆ ਤੇ ਖੁਦ ਸਰਕਾਰ ਨੂੰ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਕਿ ਕਿਆ ਜੀ ਆ ਪਿੰਡ ਵਾਲੇ ਸਾਡੇ ਫੈਸਲੇ ਖਿਲਾਫ ਖੜੇ ਹੋ ਗਏ, ਸਾਡੇ ਹੱਕ 'ਚ ਕਰਾ ਦਿਓ ਫੈਸਲਾ, ਮਤਲਬ ਇਹ ਤਾਂ ਇਕੱਠੇ ਹੋ ਗਏ। ਤਾਂ ਇਸ ਤਰੀਕੇ ਦੇ ਨਾਲ ਲੋਕ ਆਪਣਾ ਵਿਰੋਧ ਦਰਜ ਕਰ ਸਕਦੇ ਆ। ਇਸ ਸਾਰੇ ਕਾਸੇ ਨਾਲ ਹੋਊਗਾ ਕਿ ਮਸਲੇ ਹੱਲ ਹੋ ਜਾਣਗੇ। ਇਹਦੇ ਵਿੱਚ ਸਮਝਣ ਵਾਲੀ ਗੱਲ ਇੱਕ ਤਾਂ ਇਹ ਹੈ ਕਿ ਲੋਕਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਹੋਊਗਾ, ਲੋਕਾਂ ਨੂੰ ਇਹ ਪਤਾ ਲੱਗੂਗਾ ਕਿ ਇਸ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ, ਇਸ ਲੋਕਤੰਤਰ ਦੇ ਵਿੱਚ ਸਾਡੀ ਤਾਕਤ ਕਿੰਨੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਗ੍ਰਾਮ ਸਭਾਵਾਂ ਦੇ ਮਤਿਆਂ ਦੇ ਨਾਲ ਸਿੱਧਾ ਉਹ ਬਿੱਲ ਰੱਦ ਹੋ ਜਾਊਗਾ, ਪਰ ਜਦੋਂ ਕੋਰਟ ਦੇ ਵਿੱਚ, ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਇਹਨੂੰ ਚੈਲੰਜ ਕੀਤਾ ਜਾਊਗਾ ਤਾਂ ਸਾਡੇ ਪਾਏ ਹੋਏ ਉਹੀ ਜੈਨੂਅਨ ਮਤੇ ਇਸ ਦਾ ਗਵਾਹ ਬਣਨਗੇ, ਇਸ ਦਾ ਸਬੂਤ ਬਣਨਗੇ ਕਿ ਲੋਕ ਇਸ ਫੈਸਲੇ ਨੂੰ ਰੱਦ ਕਰ ਚੁੱਕੇ ਨੇ। ਇਹ ਲੋਕ ਵਿਰੋਧੀ ਫੈਸਲਾ ਹੈ ਤੇ ਇਹ ਇੱਕ ਤਾਕਤ ਦੇਣ ਵਾਲੀ ਕੋਸ਼ਿਸ਼ ਬਣ ਸਕਦੀ ਹੈ। ਡੈਮੋਕ੍ਰੈਟਿਕ ਤਰੀਕੇ ਕਈ ਹੁੰਦੇ ਨੇ ਵਿਰੋਧ ਕਰਨ ਦੇ, ਜਿਹਦੇ ਵਿੱਚ ਧਰਨਾ ਵੀ ਸ਼ਾਮਲ ਹੈ, ਪ੍ਰਦਰਸ਼ਨ ਸ਼ਾਮਲ ਹੈ, ਰੋਸ ਮਾਰਚ ਸ਼ਾਮਲ ਹੈ, ਉਹਦੇ ਵਿੱਚ ਕੋਰਟ ਦੇ ਵਿੱਚ ਜਾਣਾ ਸ਼ਾਮਲ ਹੈ, ਤਾਂ ਉਹਦੇ ਵਿੱਚ ਗ੍ਰਾਮ ਸਭਾ ਦਾ ਮਤਾ ਪਾਇਆ ਜਾਣਾ ਵੀ ਓਨਾ ਹੀ ਇੰਪੋਰਟੈਂਟ ਹੈ, ਉਹਦੇ ਵਿੱਚ ਸ਼ਾਮਲ। ਖੈਰ ਇਹ ਵੇਲੇ ਦੀ ਮੰਗ ਹੈ ਕਿ ਗ੍ਰਾਮ ਸਭਾ ਦੇ ਮਤੇ ਪੈਣ। ਉਹਦੇ ਵਿੱਚ ਇਹ ਜ਼ਰੂਰੀ ਹੈ ਕਿ ਜੇ ਅਸੀਂ ਮਤਾ ਪਾਉਣਾ ਤਾਂ ਅਸੀਂ ਜੈਨੂਅਨ ਮਤਾ ਪਾਈਏ, ਕਿਉਂਕਿ ਗ੍ਰਾਮ ਪੰਚਾਇਤ ਦਾ ਮਤਾ BDPO ਵੀ ਰੱਦ ਕਰ ਸਕਦਾ ਜੇ ਉਹ ਕਰਨਾ ਚਾਹੇ, ਪਰ ਗ੍ਰਾਮ ਸਭਾ ਦਾ ਮਤਾ BDPO ਕੀ DDPO ਵੀ ਰੱਦ ਨਹੀਂ ਕਰ ਸਕਦਾ। ਸੋ ਆਓ ਪਿੰਡ ਦੀ ਸਾਂਝ ਦੇ ਸਿਰ ਤੇ ਇਹਨਾਂ ਮਤਿਆਂ ਨੂੰ ਜੈਨੂਅਨ ਤਰੀਕੇ ਨਾਲ ਪਾਈਏ ਤੇ ਆਪਣਾ ਵਿਰੋਧ ਦਰਜ ਕਰੀਏ। ਖੇਤੀ ਬਿੱਲਾਂ, ਮਜ਼ਦੂਰ ਬਿੱਲਾਂ ਤੇ ਬਿਜਲੀ ਬਿੱਲ ਦੇ ਵਿਰੋਧ ਦੇ ਵਿੱਚ ਜਿਹੜਾ ਗ੍ਰਾਮ ਸਭਾ ਦੇ ਵੱਲੋਂ ਮਤਾ ਪਾਇਆ ਜਾਣਾ, ਉਹਦਾ ਇੱਕ ਖਾਲੀ ਪਰਫਾਰਮਾ ਇੱਕ ਮਤਾ ਮੈਂ ਵੀ ਟਾਈਪ ਕੀਤਾ ਹੋਇਆ, ਤੁਸੀਂ ਉਹ ਵੀ ਡਾਊਨਲੋਡ ਕਰ ਸਕਦੇ ਹੋ। ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਤੇ ਟੌਪ ਕਮੈਂਟ ਦੇ ਵਿੱਚ ਉਸ ਮਤੇ ਦਾ ਲਿੰਕ ਦਿੱਤਾ ਹੋਇਆ। ਇਸ ਵੀਡੀਓ ਦੇ ਲਈ ਜੋ ਮੈਨੂੰ ਜਾਣਕਾਰੀ ਮਿਲੀ ਉਹਦੇ ਲਈ ਮੈਂ ਧੰਨਵਾਦ ਕਰਨਾ ਚਾਹੂੰਗਾ ਪੱਤਰਕਾਰ ਹਮੀਰ ਸਿੰਘ ਦਾ, ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ, ਡਾਕਟਰ ਪਿਆਰਾਲਾਲ ਗਰਗ ਜੀ ਦਾ, ਪ੍ਰੋਫੈਸਰ ਬਿਕਰਜੀਤ ਸਿੰਘ ਦਾ ਤੇ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੁਜਾਰਥੀ ਮਲਕੀਤ ਸਿੰਘ ਦਾ। ਬਹੁਤ ਬਹੁਤ ਸ਼ੁਕਰੀਆ।